देखो सरकार जिन्नी भी अड़ जे कुछ भी नहीं, असी इन्ने पक्के इरादे दे नाल आके बैठे हुए हैं, भावें सानू 2024 तक बहना पवे। ਤਾਂ ਜਿਹੜਾ ਸੰਯੁਕਤ ਮੋਰਚਾ ਸਾਡਾ ਉਹ ਰਣਨੀਤੀ ਬਣਾ ਰਿਹਾ ਹੈ ਕਿ ਇਹਨਾਂ ਨੂੰ ਅਸੀਂ ਇਹ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਮਾਤ ਦੇਈਏ, ਹਾਰ ਦੇਈਏ ਇਹਨਾਂ ਨੂੰ। ਥੋੜ੍ਹੀ ਜਿਹੀਆਂ ਰੈਲੀਆਂ ਕੀਤੀਆਂ ਕਿਸਾਨਾਂ ਨੇ ਜਾ ਕੇ ਤਾਂ ਬੰਗਾਲ ਪੂਰਾ ਹੀ ਪਿੱਛੇ ਲੱਗ ਗਿਆ। ਹੁਣ ਯੂਪੀ ਨੂੰ ਅਸੀਂ ਕਰਾਂਗੇ ਸੈੱਟ। ਹੁਣ ਤਾਂ ਆਹੀ ਦਾ ਆ, ਹੁਣ ਸਾਡੇ ਕੋਲ ਕੋਈ ਦਾ ਨਹੀਂ ਹੈ, 24 ਤੱਕ ਬੈਠਾਂਗੇ। रोजाना स्पोक्समैन देख रहे हो तुसी इस वक्त तुहाडा अपना दोस्त हरदीप सिंह भोगल। दोस्तों किसानां दा अंदोलन लगातार चल रहा हैगा तो इस वक्त असी गाजीपुर बॉर्डर ते हाँ, तस्वीरां तुहानूं दिखा दिंदे हां। इत्थे स्टेज बाद दस्तूर जारी है। बेशक आमद लोगों की घट पर हाले भी हौसले बुलंद ने कि सरकार जिस तरीके नाल लगातार अपने फैसलों ते अड़ी हुई है उस तरीके नाल किसान भी कहते हैं कि जिन्ना चिर साडियां मंगां वल ध्यान नहीं दिता जाता ਅਸੀਂ ਵੀ ਬਾਦ ਦਸਤੂਰ ਇਹ ਅੰਦੋਲਨ ਉਸੇ ਤਰੀਕੇ ਜਾਰੀ ਰੱਖਾਂਗੇ। ਸਾਡੇ ਨਾਲ ਬਜ਼ੁਰਗ ਹੈਗੇ ਨੇ, ਲਗਾਤਾਰ ਸੰਘਰਸ਼ ਦਾ ਹਿੱਸਾ ਨੇ ਤੇ ਕੋਸ਼ਿਸ਼ ਕਰ ਰਹੇ ਨੇ ਕਿ ਲਾਮਬੰਦੀ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਇਹ ਕਾਨੂੰਨ ਜਿਹੜੇ ਨੇ ਕਿੰਨੇ ਘਾਤਕ ਹੋਣ ਵਾਲੇ ਨੇ। ਬਾਬਾ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਰਜਿੰਦਰ ਸਿੰਘ, ਮੈਂ ਅਖਿਲ ਭਾਰਤੀ ਕਿਸਾਨ ਸਭਾ ਦਾ ਜੁਆਇੰਟ ਸੈਕਟਰੀ ਹਾਂ। ਬਾਬਾ ਜੀ ਕਿਵੇਂ ਦੇਖਦੇ ਹੋ, ਲੰਮਾ ਸਮਾਂ ਹੋ ਗਿਆ, 8 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ, ਕਿਸਾਨ ਸੋਚਦੇ ਸੀ ਤੇ ਆਪਣੇ ਵੱਲੋਂ ਤਿਆਰੀ ਵੀ ਕਰਕੇ ਆਏ ਸੀ, ਕਹਿੰਦੇ ਕਿ 6 ਮਹੀਨੇ ਦਾ ਅਨਾਜ ਲੈ ਕੇ ਚੱਲੇ ਆ ਕਿ ਸਰਕਾਰ ਸ਼ਾਇਦ ਮੰਨ ਜੂਗੀ 2-3 ਮਹੀਨਿਆਂ ਦੇ ਵਿੱਚ, ਪਰ 8 ਮਹੀਨਿਆਂ ਦਾ ਸਮਾਂ ਲੰਘ ਗਿਆ। ਸਰਕਾਰ ਹਲੇ ਵੀ ਕਿਤੇ ਨਾ ਕਿਤੇ ਆਪਣੀ ਅੜੀ ਤੇ ਡਟੀ ਹੋਈ ਹੈ। ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਰਵੱਈਏ? ਦੇਖੋ ਸਰਕਾਰ ਜਿੰਨੀ ਵੀ ਅੜ ਜੇ ਕੁਛ ਵੀ ਨਹੀਂ, ਅਸੀਂ ਇੰਨੇ ਪੱਕੇ ਇਰਾਦੇ ਦੇ ਨਾਲ ਆ ਕੇ ਬੈਠੇ ਹੋਏ ਹਾਂ, ਭਾਵੇਂ ਸਾਨੂੰ 2024 ਤੱਕ ਬਹਿਣਾ ਪਵੇ। ਅਸੀਂ ਸ਼ਾਂਤੀ ਪ੍ਰਿਯ ਬੰਦੇ ਹਾਂ, ਸ਼ਾਂਤੀ ਅੰਦੋਲਨ ਸਾਡਾ ਚੱਲ ਰਿਹਾ, ਸੱਤਿਆਗ੍ਰਹਿ ਸਾਡਾ ਚੱਲ ਰਿਹਾ ਹੈ। ਅਸੀਂ ਬੜੇ ਆਰਾਮ ਦੇ ਨਾਲ ਅਸੀਂ ਸੱਤਿਆਗ੍ਰਹਿ ਦੇ ਨਾਲ ਹੀ ਇਹਨੂੰ ਆਪਣੇ ਕਾਨੂੰਨਾਂ ਨੂੰ ਵਾਪਸ ਕਰਾ ਕੇ ਤੇ ਆਪਣੀ ਜਿੱਤ ਕਰਾਂਗੇ। ਇਹ ਸਾਡਾ ਨਿਸ਼ਚਾ ਹੈ ਔਰ ਅਸੀਂ ਇਸੇ ਤਰ੍ਹਾਂ ਜਿੱਤ ਕਰਵਾ ਕੇ ਜਾਵਾਂਗੇ। ਇੱਥੋਂ ਲਗਾਤਾਰ ਕਿਸਾਨਾਂ ਦੇ ਬਾਰੇ ਵੱਖ-ਵੱਖ ਟਿੱਪਣੀਆਂ ਲਗਾਤਾਰ ਕਰ ਰਹੇ ਨੇ ਕਿਉਂਕਿ ਲੋਕ ਸਭਾ ਚੱਲ ਰਹੀ ਹੈ, ਉੱਥੋਂ ਵੀ ਵੱਖ-ਵੱਖ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ। ਹਰੇਕ ਵਿਰੋਧੀ ਧਿਰ ਦੇ ਵਿੱਚ ਜਿਹੜਾ ਆਗੂ ਹੈਗਾ ਉਹ ਲਗਾਤਾਰ ਵਿਰੋਧ ਕਰ ਰਿਹਾ, ਪਰ ਸਰਕਾਰ ਆਪਣੇ ਕੰਮ ਕਰਦੀ ਜਾ ਰਹੀ ਹੈ। ਲੱਗਦਾ ਕਿ ਸਰਕਾਰ ਨੂੰ ਇਹ 8 ਮਹੀਨੇ ਜਾਂ ਇਸ 8 ਮਹੀਨਿਆਂ ਦੇ ਦੌਰਾਨ ਜਿਹੜੀਆਂ ਕਿਸਾਨਾਂ ਦੀਆਂ ਕੀਮਤੀ ਜਾਨਾਂ ਗਈਆਂ ਉਹ ਕੋਈ ਵੀ ਅਸਰ ਨਹੀਂ ਕਰ ਰਹੀਆਂ ਉਹਨਾਂ 'ਤੇ। ਦੇਖੋ ਇਹ ਜਿਹੜੀਆਂ ਚੀਜ਼ ਆ ਜਿਹੜੀ ਸਰਕਾਰ ਆ ਉਹ ਬਿਲਕੁਲ ਨਕਾਰਾ ਹੋ ਚੁੱਕੀ ਆ। ਉਹਦੇ ਕੋਲੇ ਕੋਈ ਜਵਾਬ ਨਹੀਂ ਰਹਿ ਗਿਆ ਕਿਸਾਨਾਂ ਨੂੰ ਦੇਣ ਵਾਸਤੇ, ਕਿਉਂਕਿ ਉਹ ਕਾਰਪੋਰੇਟ ਅਦਾਰਿਆਂ ਦੇ ਵਿਦੇਸ਼ੀ ਕੰਪਨੀਆਂ ਦੇ ਅੱਗੇ ਵਿਕ ਚੁੱਕੀ ਆ, ਝੁਕ ਚੁੱਕੀ ਆ ਔਰ ਉਹ ਹੁਣ ਕਿਸਾਨਾਂ ਨੂੰ ਕੀ ਜਵਾਬ ਦੇਣ ਆ ਕੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਰਹਿ ਗਿਆ। ਇਸ ਕਰਕੇ ਇਹ ਉਲਟੀਆਂ ਸਿੱਧੇ ਬਿਆਨਬਾਜ਼ੀਆਂ ਕਰ ਰਹੇ ਆ ਤੇ ਉਹ ਕਿਸਾਨਾਂ ਨੂੰ ਬੁਗਲਾ ਰਹੇ ਆ, ਪਰ ਕਿਸਾਨ ਇੰਨੇ ਮਜ਼ਬੂਤੀ ਤੇ ਦ੍ਰਿੜ ਹਿਰਦੇ ਨਾਲ ਬੈਠੇ ਹੋਏ ਆ, ਉਹ ਇਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ। ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਹੁਣ 8 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ, ਲੱਗਦਾ ਕਿ ਸਰਕਾਰ ਨੂੰ ਹੁਣ ਕੋਈ ਨਾ ਕੋਈ ਫੈਸਲਾ ਕਰ ਲੈਣਾ ਚਾਹੀਦਾ ਕਿਉਂਕਿ ਇੰਨਾ ਲੰਮਾ ਸਮਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਸੰਘਰਸ਼ ਚੱਲਿਆ ਇਸ ਤੋਂ ਪਹਿਲਾਂ। ਵੇਖੋ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਸੈਸ਼ਨ ਚੱਲ ਰਿਹਾ, ਸੈਸ਼ਨ ਦੇ ਵਿੱਚ ਕੋਈ ਨਾ ਕੋਈ ਇਹ ਫੈਸਲਾ ਜ਼ਰੂਰ ਲੈਣਗੇ ਕਿਉਂਕਿ ਇਹਨਾਂ ਨੇ ਕਿਸਾਨਾਂ ਨੂੰ ਵਾਅਦੇ ਕੀਤੇ ਆ ਜਿਹੜੇ ਸਾਰਾ ਕੁਝ ਆ ਉਹਨਾਂ ਤੋਂ ਮੁੱਕਰ ਚੁੱਕੇ ਆ ਤੇ ਪਰ ਅੱਜ ਸਾਨੂੰ ਉਮੀਦ ਆ ਕੁਝ ਕਿ ਇਹਦੇ ਵਿੱਚ ਕੋਈ ਨਾ ਕੋਈ ਫੈਸਲਾ ਜ਼ਰੂਰ ਕਰਨਗੇ। ਇਹ ਕਾਨੂੰਨਾਂ ਦੇ ਬਾਰੇ ਵਾਪਸੀ ਕਰਨ ਜਾਂ ਕੋਈ ਇਹਨਾਂ ਦਾ ਆਪਣਾ ਹੋਰ ਕੋਈ ਉਹਦੇ ਵਿੱਚ ਸਾਨੂੰ ਪਾਉਣ ਚੱਕਰ ਦੇ ਵਿੱਚ, ਪਰ ਅਸੀਂ ਤਾਂ ਇੰਨਾ ਹੈ ਕਿ ਅਸੀਂ ਤਿੰਨੇ ਕਾਨੂੰਨ ਵਾਪਸ ਹੋਣ ਤੇ MSP ਤੇ ਗਰੰਟੀ ਦੇਣ। ਪਰ ਇਹ ਤਾਂ ਦੂਜੇ ਪਾਸੇ ਇਹਨਾਂ ਨੇ ਬਿਜਲੀ ਸੋਧ ਬਿੱਲ ਜਿੱਤੇ ਮੰਨ ਗਏ ਸੀਗੇ ਉਹ ਲਿਸਟ ਕਰ ਲਿਆ, ਕਹਿੰਦੇ ਉੱਤੇ ਚਰਚਾ ਕਰਨੀ ਕਿਉਂਕਿ ਕਿਸਾਨਾਂ ਨਾਲ ਗੱਲ ਅੱਗੇ ਨਹੀਂ ਵਧੀ, ਇਸ ਕਰਕੇ ਬਿਜਲੀ ਸੋਧ ਬਿੱਲ ਲਿਆਉਣ ਲੱਗੇ ਨੇ ਇਹ ਸਦਨ ਦੇ ਅੰਦਰ। ਉਹ ਬਿਜਲੀ ਸੋਧ ਬਿੱਲ ਲਿਆਉਣਾ ਤਾਂ ਇਹਨਾਂ ਨੇ ਹੈਗਾ ਹੀ ਆ, ਪਰ ਇਹ ਆ ਵੀ ਇਸ ਸੋਧ ਬਿੱਲ ਦੇ ਵਿੱਚ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਇਹਨਾਂ ਨੂੰ ਬਿਲਕੁਲ ਇਹ ਪਾਸ ਨਹੀਂ ਹੋਣ ਦੇਵਾਂਗੇ। ਅਸੀਂ ਆਪਣੇ ਵੱਲੋਂ ਬਿਲਕੁਲ ਤਿਆਰ ਹਾਂ, ਸਾਡੀ ਸੰਸਦ ਉੱਥੇ ਲੱਗ ਰਹੀ ਆ, ਅਸੀਂ ਇਹਨਾਂ ਦਾ ਬਹੁਤ ਵਿਰੋਧ ਕਰ ਰਹੇ ਹਾਂ ਉੱਥੇ ਸੰਸਦ ਦੇ ਵਿੱਚ। ਤੁਹਾਨੂੰ ਕੀ ਲੱਗਦਾ ਹੁਣ ਅਗਲਾ ਐਕਸ਼ਨ ਪਲਾਨ ਕੀ ਰਹਿਣ ਵਾਲਾ ਕਿਸਾਨਾਂ ਦਾ, ਕਿਉਂਕਿ ਸਰਕਾਰ ਤੇ ਇਹਨਾਂ 8 ਮਹੀਨਿਆਂ ਦੇ ਦੌਰਾਨ ਬਹੁਤ ਸਾਰੀਆਂ ਕਿਉਂਕਿ ਮੀਂਹ ਝੱਖੜ ਸਾਰਾ ਕੁਝ ਝੱਲ ਹੈ ਕਿਸਾਨਾਂ ਨੇ, ਪਰ ਸਰਕਾਰ ਨੂੰ ਸ਼ਾਇਦ ਉਹ ਨਜ਼ਰ ਨਹੀਂ ਆ ਰਿਹਾ ਵੀ ਇਹ ਸੱਚੇ ਕਿਸਾਨ ਨੇ ਜਿਹੜੇ ਇੰਨੀ ਹੌਸਲਾ ਕਰਕੇ ਇੰਨੇ ਦ੍ਰਿੜ ਇਰਾਦੇ ਦੇ ਨਾਲ ਬੈਠੇ ਨੇ। ਇਹ ਬਹੁਤ ਸਾਰੀਆਂ ਟਿੱਪਣੀਆਂ ਕਰਦੇ ਰਹੇ ਨੇ ਕਿ ਸਿਆਸੀ ਲੋਕ ਨੇ, ਸਿਆਸਤ ਕਰ ਰਹੇ ਨੇ, ਬਹੁਤ ਕੁਝ ਕਹਿ ਰਹੇ ਨੇ। ਦੇਖੋ ਸਾਡਾ ਜਿਹੜਾ ਪਲਾਨ ਆ, ਸਾਡਾ ਪਲਾਨ ਹੁਣ ਇਹ ਤਾਂ ਨਹੀਂਗਾ ਵੀ ਅਸੀਂ ਇੱਥੇ ਬੈਠੇ ਰਹੀਏ ਤੇ ਅੱਗੇ ਕੁਝ ਨਾ ਕਰੀਏ। ਸਾਡੀ ਰਣਨੀਤੀ ਜਿਹੜਾ ਸੰਯੁਕਤ ਮੋਰਚਾ ਸਾਡਾ ਉਹ ਰਣਨੀਤੀ ਬਣਾ ਰਿਹਾ ਹੈ ਕਿ ਇਹਨਾਂ ਨੂੰ ਅਸੀਂ ਇਹ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਮਾਤ ਦੇਈਏ, ਹਾਰ ਦੇਈਏ ਇਹਨਾਂ ਨੂੰ।
ਇਸ ਕਰਕੇ ਸਾਡਾ ਜਿਹੜਾ ਸੰਯੁਕਤ ਮੋਰਚਾ ਫੈਸਲਾ ਕਰੂਗਾ ਔਰ ਉਹ ਸਾਡੀ ਇੱਕ ਮੀਟਿੰਗ ਹੁਣ ਮੁਜ਼ੱਫਰਨਗਰ ਦੇ ਵਿੱਚ ਬਹੁਤ ਵੱਡੀ ਹੋ ਰਹੀ ਆ 5 ਸਤੰਬਰ ਨੂੰ। ਉਸ 5 ਸਤੰਬਰ ਦੇ ਵਿੱਚ ਸਾਡਾ ਫੈਸਲਾ ਇਹ ਹੋਊਗਾ ਕਿ ਇਹਨਾਂ ਨੂੰ ਵੋਟਾਂ ਰਾਹੀਂ ਹਰਾ ਕੇ ਤੇ ਜੋ ਵੋਟ ਰਾਜ ਆ, ਜੋ ਸਾਡੇ ਕੋਲ ਰਾਈਟ ਆ, ਉਸ ਰਾਈਟ ਦੇ ਮੁਤਾਬਕ ਅਸੀਂ ਇਹਨਾਂ ਨੂੰ ਪਛਤ ਦਈਏ, ਇਹਨਾਂ ਨੂੰ ਸ਼ਖਸ ਦਈਏ। 26 ਜਨਵਰੀ ਨੂੰ ਬਹੁਤ ਕੁਝ ਹੋਇਆ ਵਾਪਰਿਆ ਸੀਗਾ, ਤੁਹਾਡੇ ਧਿਆਨ ਦੇ ਵਿੱਚ ਵੀ ਹੈਗਾ। ਹੁਣ ਅੱਗੇ 15 ਅਗਸਤ ਵੀ ਆ ਰਹੀ ਹੈ। ਕੀ ਕਿਸਾਨ 15 ਅਗਸਤ ਨੂੰ ਕੋਈ ਰੈਲੀ ਕਰਨ ਜਾ ਰਹੇ ਨੇ ਜਾਂ 15 ਅਗਸਤ ਨੂੰ ਲੈ ਕੇ ਕੋਈ ਪ੍ਰੋਗਰਾਮ ਉਲੀਕਿਆ ਹੈਗਾ ਸਰਕਾਰ ਦਾ ਵਿਰੋਧ ਕਰਨਾ ਜਾਂ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਸਰਕਾਰ ਨੂੰ ਕਿਤੇ ਨਾ ਕਿਤੇ ਹਲੂਣਾ ਦੇਵੇ? ਇਸ ਵੇਲੇ ਦੇਖੋ, ਇਹ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਸੰਯੁਕਤ ਮੋਰਚਾ ਤੈਅ ਕਰਦਾ। ਅਸੀਂ ਇਹਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਕਿ 15 ਅਗਸਤ ਨੂੰ ਅਸੀਂ ਕੀ ਕਰਨਾ। ਜੋ ਕੁਝ ਉੱਥੋਂ ਕੋਈ ਮੋਰਚੇ ਵੱਲੋਂ ਕੋਈ ਸਾਨੂੰ ਜਿਹੋ ਜਿਹਾ ਆਰਡਰ ਆਊਗਾ ਅਸੀਂ ਉਸ ਤਰੀਕੇ ਨਾਲ ਚੱਲਾਂਗੇ। ਬਾਬਾ ਜੀ, ਤੁਸੀਂ ਕਿਵੇਂ ਦੇਖਦੇ ਹੋ? ਲੰਮਾ ਸਮਾਂ ਹੋ ਗਿਆ, ਸਰਕਾਰ ਹੱਲੇ ਵੀ ਅੜੀ ਪਈ ਹੈ। ਲੱਗਦਾ ਕਿ ਸਰਕਾਰ ਨੂੰ ਪਰਵਾਹ ਨਹੀਂ ਹੈਗੀ ਜੋ ਜਿੰਨੀਆਂ ਵੀ ਜਾਨਾਂ ਹੁਣ ਤੱਕ ਚਲੇ ਗਈਆਂ? ਦੇਖੋ ਜੀ, ਹੁਣ ਤੱਕ ਤਾਂ ਨਹੀਂ ਮੰਨੀ ਸਰਕਾਰ। ਹੁਣ ਤਾਂ ਸਾਨੂੰ ਵੋਟਾਂ ਰਾਹੀਂ ਮਨਾਉਣਾ ਪੈਣਾ, ਕਿਉਂਕਿ ਦੂਜੀਆਂ ਗੱਲਾਂ ਇਹ ਸਮਝ ਹੀ ਨਹੀਂ ਰਹੀ। ਜਿੱਦਾਂ ਬੰਗਾਲ ਦੇ ਵਿੱਚ ਥੋੜ੍ਹੀ ਜਿਹੀਆਂ ਰੈਲੀਆਂ ਕੀਤੀਆਂ ਕਿਸਾਨਾਂ ਨੇ ਜਾ ਕੇ ਤਾਂ ਬੰਗਾਲ ਪੂਰਾ ਹੀ ਪਿੱਛੇ ਲੱਗ ਗਿਆ। ਹੁਣ ਯੂਪੀ ਨੂੰ ਅਸੀਂ ਕਰਾਂਗੇ ਸੈੱਟ, ਫਿਰ ਮਤਲਬ ਕਿ ਜਦੋਂ 24 ਆਊਗੀ ਤਾਂ ਇਹਨਾਂ ਨੂੰ ਕਰਾਂਗੇ ਸੈੱਟ। ਹੁਣ ਤਾਂ ਆਹੀ ਦਾ ਆ, ਹੁਣ ਸਾਡੇ ਕੋਲ ਕੋਈ ਦਾ ਨਹੀਂ ਹੈ। 24 ਤੱਕ ਬੈਠਾਂਗੇ, ਹੋਰ ਕੋਈ ਦਾ ਹੀ ਨਹੀਂ ਹੈ। ਹੁਣ 5 ਸਤੰਬਰ ਨੂੰ ਇੱਥੇ ਪੰਚਾਇਤ ਹੈ ਆਪਣੇ ਮੁਜ਼ੱਫਰਨਗਰ, ਇਹਦੇ ਵਿੱਚ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਿਸਾਨ ਕੀ ਕਰਦਾ। ਪੂਰੀ ਇੰਡੀਆ ਦਾ ਕਿਸਾਨ ਇੱਥੇ ਆ ਕੇ ਇੱਕ ਮਹਾ ਪੰਚਾਇਤ ਕਰ ਰਿਹਾ। ਸਾਰੇ ਕਿਸਾਨ, ਬੜੀ ਹੈਰਾਨੀ ਹੈ ਕਿ ਕਿਸਾਨਾਂ ਦੀਆਂ ਜਾਨਾਂ ਵੀ ਜਾ ਰਹੀਆਂ, ਕਿਸਾਨ ਡਟੇ ਵੀ ਹੋਏ ਨੇ, ਕਿਸਾਨ ਜ਼ਿੰਮੇਵਾਰੀਆਂ ਲਾ ਕੇ ਖੇਤਾਂ ਵਿੱਚ ਵੀ ਜਾ ਰਹੇ ਨੇ, ਅਨਾਜ ਵੀ ਬੀਜ ਰਹੇ ਨੇ, ਪਰ ਸਰਕਾਰ ਫੇਰ ਕਹਿੰਦੀ ਕਿ ਇਹ ਤਾਂ ਮਾਓਵਾਦੀ ਨੇ, ਇਹ ਤਾਂ ਵੱਖਵਾਦੀ ਨੇ। ਹੁਣ ਹਾਲ ਹੀ ਦੇ ਵਿੱਚ ਤੁਸੀਂ ਸੁਣੇ ਹੋਣੇ ਬਿਆਨ ਆਏ ਸੀਗੇ, ਕਹਿੰਦੇ ਮਵਾਲੀ ਬੈਠੇ ਨੇ, ਇਹ ਕਿਸਾਨ ਨਹੀਂ। ਦੇਖੋ ਜੀ, ਇਹ ਤਾਂ ਬਿਲਕੁਲ ਆਪਣੀ ਸ਼ਰਮ ਉਤਾਰ ਕੇ ਬੈਠੇ ਆ। ਇਹਨਾਂ ਨੂੰ ਕਿਸਾਨਾਂ ਦੇ ਨਾਲ ਕੋਈ ਮਤਲਬ ਨਹੀਂ, ਇਹ ਤਾਂ ਸਰਮਾਇਆਦਾਰਾਂ ਦੇ ਹੱਥੀਂ ਵਿਕ ਗਏ ਆ। ਇਸੇ ਕਰਕੇ ਇਹ ਨਾਲ ਅੱਜ ਜੇ ਮਤਲਬ ਕੁਛ ਇਹਨਾਂ 'ਚ ਸ਼ਰਮ ਹੁੰਦੀ ਤਾਂ ਕਿਸਾਨਾਂ ਨਾਲ ਗੱਲ ਕਰਦੇ। ਅੱਜ 8 ਮਹੀਨੇ ਪੂਰੇ ਹੋਣ ਤੋਂ ਬਾਅਦ 9ਵੇਂ 'ਚ ਚੱਲ ਪਏ, ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈ। ਇਹਦਾ ਮਤਲਬ ਇਹ ਤਾਂ ਸਰਮਾਇਦਾਰਾਂ ਦੇ ਹੱਥਾਂ ਦੇ ਵਿੱਚ ਹੀ ਆ। ਉਹਨਾਂ ਦਾ ਦਬਾਅ ਇੰਨਾ ਆ ਗਿਆ ਇਹਨਾਂ ਤੇ, ਇਹ ਸਾਡੇ ਨਾਲ ਗੱਲ ਨਹੀਂ ਕਰਦੇ। ਹੁਣ ਤਾਂ ਮਤਲਬ ਦੂਜੇ ਤਰ੍ਹਾਂ ਹੀ ਅਸੀਂ ਇਹਨਾਂ ਨੂੰ ਹਰਾਵਾਂਗੇ, ਹੋਰ ਕੋਈ ਸਾਨੂੰ ਵੀ ਹੁਣ ਰਾਹ ਨਹੀਂ ਦਿਖਦਾ। ਯਾਨੀ ਕਿ ਕਿਉਂਕਿ ਸਾਰਾ ਕੁਝ ਕਰਕੇ ਦੇਖ ਲਿਆ, ਧਰਨੇ ਲਾ ਕੇ ਦੇਖ ਲਏ, ਭੁੱਖ ਹੜਤਾਲਾਂ ਕਰਕੇ ਦੇਖ ਲਈਆਂ, ਸੜਕਾਂ ਤੇ ਬਹਿ ਕੇ ਦੇਖ ਲਿਆ, ਸੜਕਾਂ ਰੋਕ ਕੇ ਦੇਖ ਲਈਆਂ, ਸਾਰਾ ਕੁਝ ਕਰਕੇ ਦੇਖ ਲਿਆ। ਹੁਣ ਤਾਂ ਫਿਰ ਉਹ ਕਹਿੰਦੇ ਨਹੀਂ ਹੁੰਦੇ ਕਿ ਵੋਟ ਦੀ ਸੱਟ ਮਾਰਨ ਵਾਲੀ ਗੱਲ ਰਹਿ ਗਈ। ਹੁਣ ਤਾਂ ਵੋਟ ਦੀ ਸੱਟ ਲੱਗੂ ਜੀ। ਹੋਰ ਦੂਜੀ ਤਰ੍ਹਾਂ ਦਾ ਹਰ ਤਰ੍ਹਾਂ ਹੀ ਦੇਖ ਲਿਆ। ਹੁਣ ਤਾਂ ਜਿਸ ਤਰ੍ਹਾਂ ਮਤਲਬ ਕਿ ਹਥੌੜੇ ਦੀ ਜਿਹੜੀ ਚੋਟ ਮਾਰਨੀ ਆ, ਹੁਣ ਇੱਕੋ ਹੀ ਮਾਰਨੀ ਆ ਇਹਨਾਂ ਤੇ। ਹਾਂ, ਹੋਰ ਕੋਈ ਸਾਡੇ ਕੋਲ ਰਾਹ ਰਹਿ ਨਹੀਂ ਗਿਆ ਲੱਗਦਾ। ਤੁਹਾਨੂੰ ਲੱਗਦਾ ਕਿ ਮੰਨ ਕਿਉਂ ਨਹੀਂ ਰਹੇ? ਕਾਰਨ ਕੀ ਲੱਗਦਾ? ਕਿ ਸਿਰਫ ਉਹੀ ਹੈ ਕਿ ਕਾਰਪੋਰੇਟ ਘਰਾਣੇ ਦੇ ਹਿੱਤ ਪੂਰਨੇ, ਹੋਰ ਕੁਝ ਹੈ ਨਹੀਂ? ਕਾਰਪੋਰੇਟ ਘਰਾਣਿਆਂ ਦਾ ਇਹਨਾਂ ਦੇ ਉੱਪਰ ਬਹੁਤ ਪ੍ਰੈਸ਼ਰ ਆ। ਉਹ ਇਹ ਜਾਂ ਤਾਂ ਮਤਲਬ ਕਿਸਾਨਾਂ ਨੇ ਵੀ ਕਹਿਤਾ ਵੀ ਤੁਸੀਂ ਦੱਸੋ ਵੀ ਕਿਸਾਨਾਂ ਤੋਂ ਉਹਨਾਂ ਤੋਂ ਕਿੰਨਾ ਪੈਸਾ ਲਿਆ ਅਸੀਂ ਦਿੰਨੇ ਆ, ਲੇਕਿਨ ਉਹ ਮੰਨੇ ਹੀ ਨਹੀਂ, ਉਹ ਦੱਸ ਹੀ ਨਹੀਂ ਰਹੇ। ਇਹ ਜੋ ਵੀ ਉਹਨਾਂ ਦਾ ਦਬਾਅ ਆ ਹੁਣ ਸਮਝ ਨਹੀਂ ਸਕਦਾ, ਕਿਉਂਕਿ ਕਿਸਾਨ ਅਨਪੜ੍ਹ ਹੈ। ਕਿਸਾਨ ਵਿਚਾਰਾ ਮਜ਼ਦੂਰ ਖੇਤਾਂ 'ਚ ਕਰੇ ਜਾਂ ਇਹਨਾਂ ਦੀਆਂ ਗੱਲਾਂ ਸੁਣੇ, ਇਸ ਕਰਕੇ ਮਜਬੂਰ ਹੈ ਕਿਸਾਨ। ਲੇਕਿਨ ਸੜਕਾਂ ਤੇ ਬੈਠਾ ਹਟੂਗਾ ਨਹੀਂ। ਹੁਣ ਤਾਂ ਇੱਕ ਮਤਲਬ ਘਰ ਦੇ ਵਿੱਚ ਮੈਂ ਮਤਲਬ ਪਰਸੋਂ ਸੁਣਦਾ ਸੀ, ਲਖਨਊ ਦੇ ਵਿੱਚ ਸਾਡੇ ਟਕੈਤ ਸਾਹਿਬ ਗਏ ਤਾਂ ਉੱਥੋਂ ਇੱਕ ਬੰਦੇ ਨੇ ਕਿਹਾ ਵੀ ਮੇਰੇ ਪਿੰਡ ਦੇ ਵਿੱਚ ਅਗਰ ਇੱਕ ਬੰਦਾ ਵੀ ਵੋਟ ਕੋਈ ਦੇ ਗਿਆ ਬੀਜੇਪੀ ਨੂੰ ਤਾਂ ਮੈਂ ਪਿੰਡ ਛੱਡ ਦੂੰ ਸਾਰੀ ਉਮਰ ਖਾਤਰ। ਇੰਨਾ ਮਤਲਬ ਲੋਕ ਵਿਰੋਧ ਹੋ ਗਿਆ। ਹੁਣ ਇਹਨਾਂ ਨੂੰ ਨੇੜੇ ਨਹੀਂ ਆਉਣ ਦਿੰਦੇ ਅਸੀਂ, ਲੇਕਿਨ ਵੋਟਾਂ ਦੀ ਝੋਟ ਹੈ। ਵੈਸੇ ਲੱਗਦਾ ਦੇਖੋ ਬਹੁਤ ਸਾਰੀਆਂ ਜਾਨਾਂ ਚਲੇ ਗਈਆਂ, ਕਿੰਨਾ ਹੁਣ ਵੀ ਮੌਸਮ ਕਿੰਨਾ ਖਰਾਬ ਰਿਹਾ, ਗਰਮੀ ਚੱਲ ਰਹੀ ਹੈ, ਸਰਦੀ ਚੱਲ ਰਹੀ ਹੈ, ਹੁਣ ਦੁਬਾਰਾ ਫਿਰ ਸਰਦੀ ਆ ਜਾਣੀ ਹੈ। ਲੱਗਦਾ ਨਹੀਂ ਕਿ ਇਹ ਸਮਾਂ ਕਿੱਦਾਂ ਬੀਤਿਆ? 8 ਮਹੀਨੇ ਦਾ ਸਮਾਂ ਥੋੜਾ ਨਹੀਂ ਹੁੰਦਾ। ਤੁਹਾਡਾ ਸਾਰਾ ਇਹ ਸਮਾਂ ਕਿੱਦਾਂ ਬੀਤ ਰਿਹਾ ਹੁਣ? ਤੇ ਉੱਪਰੋਂ ਜਿਨ੍ਹਾਂ ਨੂੰ ਅਸੀਂ ਆਗੂ ਬਣਾ ਕੇ ਭੇਜਿਆ ਉਹਨਾਂ ਨੂੰ ਕੋਈ ਪਰਵਾਹ ਨਹੀਂ? ਦੇਖੋ ਜੀ, ਗੱਲ ਇਹ ਆ ਵੀ ਇਹਨਾਂ ਦੇ ਪਰਿਵਾਰ ਨਹੀਂ ਹੈ, ਕਈ ਸਾਲੇ ਰੜੂਏ ਇਕੱਠੇ ਹੋਏ ਹੋਆ। ਇਹਨਾਂ ਨੂੰ ਜੇ ਆਪਣਾ ਪਰਿਵਾਰ ਹੋਵੇ ਤਾਂ ਦੁੱਖ ਹੋਵੇ ਵੀ ਮਤਲਬ ਮੇਰਾ ਬੱਚਾ ਕਿਵੇਂ ਮਤਲਬ ਗਰਮੀ 'ਚ ਬੈਠੂ, ਠੰਡ 'ਚ ਕਿਵੇਂ ਬੈਠੂ। ਇਹਨਾਂ ਨੂੰ ਕਿਸੇ ਨਾਲ ਕੋਈ ਦੁੱਖ ਨਹੀਂ। ਇਹ ਇਸ ਕਰਕੇ ਤਾਂ ਕਿਸਾਨ ਹੁਣ ਅੜ ਗਿਆ ਆ ਵੀ ਚਲੋ ਠੰਡ ਵੀ ਝੱਲ ਲਈ, ਗਰਮੀ ਵੀ ਝੱਲ ਲਈ, ਹੁਣ ਬਰਸਾਤਾਂ ਝੱਲ ਰਹੇ ਆ। ਹੁਣ ਗਾਹਾਂ ਫੇਰ ਠੰਡ ਆਉਣ ਵਾਲੀ, ਸਤੰਬਰ ਵਿੱਚੋਂ ਫੇਰ ਠੰਡ ਸ਼ੁਰੂ ਹੋ ਜਾਣੀ ਆ। ਤਾਂ ਫਿਰ ਅਸੀਂ ਤਾਂ ਝੱਲਾਂਗੇ ਜੀ ਜੋ ਕੁਝ ਵੀ ਆਊਗਾ। ਹਾਂ, ਅਸੀਂ ਝੱਲ ਕੇ 24 ਤੱਕ ਬੈਠਾਂਗੇ, ਕੋਈ ਚਿੰਤਾ ਦੀ ਗੱਲ ਨਹੀਂ ਹੈ। ਉਠਾਂਗੇ ਮਨਾ ਕੇ ਜੀ। ਬਾਬੇ ਕਿਵੇਂ ਦੇਖਦੇ ਹੋ? ਸਰਕਾਰ ਮੰਨ ਜੂਗੀ ਤੁਹਾਡੇ ਹਿਸਾਬ ਨਾਲ? ਮਨਾ ਕੇ ਉਠਾਂਗੇ। ਇਹ ਸਾਡਾ ਅਸੀਂ ਮਨਾ ਕੇ ਜਾਵਾਂਗੇ, ਮੈਨੂੰ ਉਦੋਂ ਜਾਂਦੇ ਨਹੀਂ ਇੱਥੋਂ। ਮਨਾਵਾਂਗੇ ਇਤਨਾ ਦੂਜੇ ਦਾ ਮਨਾ ਮੰਨੂਗੇ। ਇਹ ਹਿਟਲਰ ਬਣ ਗਿਆ ਤੇ ਜੋ ਹਿਟਲਰ ਦਾ ਹਾਲ ਹੋਇਆ, ਇਹਨੂੰ ਪਤਾ ਹਿਟਲਰ ਪਿਛਲਾ ਇਤਿਹਾਸ ਔਰੰਗਜ਼ੇਬ ਦਾ ਕੀ ਹੋਇਆ, ਜਿਹਨੇ ਇਹਨੇ ਅਤਿਆਚਾਰ ਕੀਤਾ, ਕੀ ਹੋਇਆ ਉਹਦੇ ਤੇ ਉੱਥੇ ਜਾਏ ਕੋਈ ਨਾ ਤੇਲ ਨਹੀਂ ਪਾਉਂਦਾ ਦੀਵੇ ਉਹਦੇ, ਤੇ ਜਿਹਦਾ ਸ਼ਹੀਦ ਕਿਤੇ ਗੁਰੂ ਤੇਗ ਬਹਾਦਰ ਜੀ ਨੂੰ ਉੱਥੇ ਮਾਇਆ ਵਰਨ ਡਈ ਆ, ਤੇ ਇਹਦਾ ਦੁਸ਼ਟ ਦਾ ਉਹੀ ਹਾਲ ਹੋਏਗਾ।
ਹਾਂ ਬਿਲਕੁਲ। ਤੁਹਾਨੂੰ ਵੀ ਬਾਬਾ ਜੀ ਇਹੀ ਲੱਗਦਾ ਕਿ ਮੰਨ ਜਾਣਾ ਚਾਹੀਦਾ ਸਰਕਾਰ ਨੂੰ? 8 ਮਹੀਨਿਆਂ ਦਾ ਸਮਾਂ ਥੋੜਾ ਨਹੀਂ ਹੁੰਦਾ? ਹਾਂਜੀ ਮੰਨ ਜਾਣਾ ਚਾਹੀਦਾ, ਪਰ ਸਰਕਾਰ ਮੰਨ ਨਹੀਂ ਰਹੀ, ਨਾ ਮੰਨਣ ਦੇ ਕੋਈ ਯੋਗ ਆ। ਇਹ ਤੇ ਵੋਟਾਂ ਤੇ ਹੀ ਬਸ ਸਾਰਾ ਆਣ ਕੇ ਟਿਕਿਆ ਹੋਇਆ ਹੈ। ਵੋਟਾਂ 'ਚ ਇਹਨੂੰ ਹਰਾ ਕੇ ਹੀ ਫਿਰ ਹਟਾਂਗੇ। ਜਾਣੀ ਕਿ ਵੋਟਾਂ ਇੱਕੋ ਹੀ ਆਖਰੀ ਦਾ ਰਹਿ ਗਿਆ ਜੀ ਕਿ ਵੋਟਾਂ ਦੀ ਸੱਟ ਮਾਰਨੀ ਹੈ, ਉਸ ਤੋਂ ਇਲਾਵਾ ਇਹਨਾਂ ਨੂੰ ਹੋਰ ਕੋਈ ਭਾਸ਼ਾ ਸਮਝ ਨਹੀਂ ਆਉਂਦੀ। ਦੇਖੋ ਅਸੀਂ ਜਿਹੜੀ ਰਾਜਨੀਤੀ ਤਾਂ ਨਹੀਂ ਕਰਦੇ, ਲੇਕਿਨ ਅਸੀਂ ਸਾਡਾ ਵੋਟ ਦਾ ਰਾਈਟ ਆ ਨਾ ਜਿਹੜਾ ਸਾਨੂੰ, ਉਹ ਤਾਂ ਅਸੀਂ ਇਸਤੇਮਾਲ ਕਰ ਸਕਦੇ ਹਾਂ ਨਾ, ਔਰ ਉਹ ਅਸੀਂ ਵੱਡੀ ਸੰਖਿਆ 'ਚ ਕਰਾਂਗੇ। ਜਿਹੜਾ ਕਿਸਾਨ ਸਮਝ ਚੁੱਕਿਆ ਹੈ ਕਿ ਜੇ ਇਹ ਅਸੀਂ ਇੱਕ ਗਲਤੀ ਕਰ ਚੁੱਕੇ ਹਾਂ ਕਿ ਇਹਨਾਂ ਨੂੰ ਬਣਾ ਬੈਠੇ, ਇਹ ਸਾਨੂੰ ਪਹਿਲਾਂ ਵੀ ਪਤਾ ਸੀ। ਅਸੀਂ ਇੱਕ ਵਾਰੀ 1994 ਦਾ ਡੰਕਲ ਪ੍ਰਸਤਾਵ ਤੇ ਗੈਟਸ ਸਮਝੌਤਾ ਜਿਹੜਾ ਲਾਗੂ ਹੋਇਆ, ਉਹਦੇ ਵਿੱਚ ਅਸੀਂ ਲੜਾਈ ਲੜੀ ਹੈ ਵਾਮਪੰਥੀਆਂ ਨੇ, ਤੇ ਉਹਦੇ ਵਿੱਚ ਬਹੁਤ ਵੱਡਾ ਇਕੱਠ ਸੀਗਾ ਉੱਥੇ। ਇਹ ਡੰਕਲ ਪ੍ਰਸਤਾਵ ਤੇ ਗੈਟਸ ਸਮਝੌਤਾ ਇਹਨਾਂ ਨੇ ਲਾਗੂ ਕਰਤਾ ਸੀ, ਉਹਦੇ ਵਿੱਚ ਬੀਜੇਪੀ ਵਾਲਿਆਂ ਦਾ ਬਹੁਤ ਵੱਡਾ ਹੱਥ ਸੀ। ਅਗਲੇ ਦਿਨ ਉਹਨਾਂ ਨੇ ਇਹਦਾ ਸਮਰਥਨ ਕੀਤਾ। ਹੁਣ ਇਹ ਦੋਨੋਂ ਪਾਰਟੀਆਂ ਰਲੀਆਂ ਹੋਈਆਂ, ਇਸ ਕਰਕੇ ਹੁਣ ਸਾਡੇ ਕੋਲ ਇੱਕੋ ਹੀ ਹੱਥ ਰਹਿ ਗਿਆ, ਇੱਕੋ ਹੀ ਸਾਡੇ ਕੋਲ ਦਾ ਹੈ ਕਿ ਅਸੀਂ ਇਹਨਾਂ ਨੂੰ ਵੋਟ ਦੀ ਰਾਜਨੀਤੀ ਦੇ ਨਾਲ ਇਹਨਾਂ ਨੂੰ ਹਰਾਵਾਂਗੇ। ਜੀ ਇੱਕ ਬੜੀ ਮੰਗ ਲਗਾਤਾਰ ਉੱਠ ਰਹੀ ਹੈ ਕਿ ਕਿਸਾਨਾਂ ਨੂੰ ਵੀ ਹੁਣ ਸਿਆਸਤ ਦੇ ਵਿੱਚ ਆ ਜਾਣਾ ਚਾਹੀਦਾ, ਤਾਂ ਜੋ ਇਹ ਲੋਕ ਜਿਹੜੇ ਲਗਾਤਾਰ ਕਹਿੰਦੇ ਕਿ ਅਸੀਂ ਕਿਸਾਨ ਹਿਤੈਸ਼ੀ ਹੈਗੇ ਆ, ਪਰ ਕਿਸਾਨ ਹਿਤੈਸ਼ੀ ਕਹਿਣ ਦੀਆਂ ਗੱਲਾਂ ਕਰਦੇ ਨੇ, ਪਰ ਅਸਲ ਹਕੀਕਤ ਦੇ ਵਿੱਚ ਕੁਝ ਹੋਰ ਹੈ। ਇਹ ਲਗਾਤਾਰ ਮੰਗ ਉੱਠ ਰਹੀ ਹੈ। ਪੰਜਾਬ ਦੇ ਵਿੱਚ ਵੀ ਕਹਿੰਦੇ ਇੱਕ ਪਾਰਟੀ ਬਣਾ ਲੈਣੀ ਚਾਹੀਦੀ ਹੈ, ਕਿਉਂਕਿ ਇਹਨਾਂ ਨੇ ਤਾਂ ਕਿਸਾਨ ਕਰਕੇ ਵੋਟਾਂ ਹਾਸਲ ਕਰ ਲਈਆਂ, ਰਾਜ ਭਾਗ ਲੈ ਲਏ, ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਰਹਿ ਰਹੇ ਨੇ, ਆਲੀਸ਼ਾਨ ਬੰਗਲੇ ਬਣਾ ਲਏ, ਪਰ ਕਿਸਾਨਾਂ ਦੀ ਹਾਲੇ ਵੀ ਦੁਰਦਸ਼ਾ ਹੈਗੀ। ਕਿਸਾਨਾਂ ਲਈ ਉਸ ਤਰੀਕੇ ਦੀਆਂ ਕੋਸ਼ਿਸ਼ਾਂ ਨਹੀਂ ਹੋਈਆਂ, ਭਾਵੇਂ ਉਹ ਯੂਪੀ ਦੇ ਹੋਣ, ਭਾਵੇਂ ਹਰਿਆਣਾ ਦੇ, ਭਾਵੇਂ ਪੰਜਾਬ ਦੇ, ਜਿੱਥੇ ਜਿੱਥੇ ਵੀ ਕਿਸਾਨ ਵੱਸਦਾ। ਤਾਂ ਲੱਗਦਾ ਕਿ ਸਿਆਸਤ ਦੇ ਵਿੱਚ ਆ ਜਾਣਾ ਚਾਹੀਦਾ ਕਿਸਾਨਾਂ ਨੂੰ। ਵੇਖੋ ਜੀ, ਸਿਆਸਤ ਦੇ ਵਿੱਚ ਆਉਣ ਤੋਂ ਬਗੈਰ ਕੋਈ ਕੰਮ ਬਣਦਾ ਨਹੀਂ, ਕਿਉਂਕਿ ਸਿਆਸਤ ਤਾਂ ਅਸੀਂ ਕਰ ਰਹੇ ਹਾਂ, ਪਰ ਉੱਤੋਂ ਕਹਿ ਰਹੇ ਹਾਂ ਕਿ ਨਹੀਂ। ਉਹ ਕਿਉਂ ਕਿ ਅਸੀਂ ਮਜ਼ਦੂਰ ਤੇ ਕਿਸਾਨ ਦੀ ਸਿਆਸਤ ਕਰਦੇ ਹਾਂ, ਕਿਉਂਕਿ ਅਸੀਂ ਰਾਜ ਨਾਲ ਗੱਲ ਕਰਦੇ ਹਾਂ, ਡੀਐਮ ਨਾਲ ਕਰਦੇ ਹਾਂ, ਸਾਰਿਆਂ ਨਾਲ ਕਰਦੇ ਹਾਂ, ਤੇ ਅਸੀਂ ਕਰਦੇ ਹਾਂ, ਲੇਕਿਨ ਅਸੀਂ ਇਹਨਾਂ ਵਰਗੀ ਗੁੰਡਾਗਰਦੀ ਵਾਲੀ ਸਿਆਸਤ ਨਹੀਂ ਕਰਦੇ, ਤੇ ਨਾ ਅਸੀਂ ਇਹ ਚਾਹੁੰਦੇ ਹਾਂ ਕਿ ਇਹੋ ਜਿਹੀ ਸਿਆਸਤ ਹੋਵੇ। ਤੇ ਲੇਕਿਨ ਜਦੋਂ ਅਸੀਂ ਸਾਡੇ ਕੋਲੇ ਹੱਕ ਆ, ਆਪਣਾ ਜਮਹੂਰੀਅਤ ਅਧਿਕਾਰ ਆ ਸਾਡੇ ਕੋਲੇ ਕਿ ਅਸੀਂ ਵੋਟ ਪਾ ਕੇ ਇਹਨਾਂ ਨੂੰ ਚੋਟ ਮਾਰ ਸਕਦੇ ਹਾਂ, ਤੇ ਵੋਟ ਦੀ ਚੋਟ ਨਾਲ ਹੀ ਹੋਊਗਾ। ਤੇ ਉਹਦੇ ਵਿੱਚ ਅਸੀਂ ਸੋਚਾਂਗੇ ਇਹਦੇ ਬਾਰੇ ਕਿ ਕੌਣ ਬੰਦਾ ਖੜਾ ਕਰਨਾ, ਕਿਵੇਂ ਕਰਨਾ। ਅਸੀਂ ਫਿਰ ਕਿਸਾਨਾਂ ਦਾ ਬੰਦਾ ਕੋਈ ਜਿਹੜਾ ਹੋਊਗਾ, ਜਿਹੜਾ ਹੱਕਦਾਰ ਹੋਊਗਾ, ਉਸ ਨੂੰ ਵੋਟ ਪਾਵਾਂਗੇ, ਦੂਜੇ ਨੂੰ ਨਹੀਂ ਪਾਵਾਂਗੇ। ਅਸੀਂ ਪਾਰਟੀ ਵਾਲੇ ਨੂੰ ਕਿਸੇ ਨੂੰ ਨਹੀਂ ਪਾਵਾਂਗੇ, ਆਜ਼ਾਦ ਬੰਦੇ ਨੂੰ ਪਾਵਾਂਗੇ, ਅਸੀਂ ਜਿਤਾਵਾਂਗੇ ਉਹਨੂੰ। ਆਜ਼ਾਦ ਜਿਹੜਾ ਹੋਊਗਾ ਉਹ ਕਿਸਾਨਾਂ ਦਾ ਹੋਊਗਾ, ਤੇ ਉੱਥੇ ਜਾ ਕੇ ਪਾਰਲੀਮੈਂਟ 'ਚ ਵੀ ਜਾਊਗਾ ਤਾਂ ਸਾਡੀ ਗੱਲ ਕਰੂਗਾ। ਤਾਂ ਕੁੱਲ ਮਿਲਾ ਕੇ ਸਾਰੇ ਕਿਸਾਨ ਕਹਿ ਰਹੇ ਨੇ ਹੁਣ ਗਾਜ਼ੀਪੁਰ ਦੇ ਬਾਰਡਰ ਤੇ ਜਿਹੜੇ ਮੌਜੂਦ ਨੇ ਕਿ ਆਖੀਰਲਾ ਰਸਤਾ ਇਹੀ ਬਚਦਾ ਕਿ ਇਹਨਾਂ ਸਿਆਸਤਦਾਨਾਂ ਨੂੰ ਵੋਟ ਦੀ ਚੋਟ ਮਾਰੀ ਜਾਵੇ। ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ, ਇੱਧਰਲੇ ਪਾਸੇ ਤੁਸੀਂ ਦੇਖ ਲਓ, ਇਹ ਪੱਕੀਆਂ ਛੱਡਾਂ, ਪੱਕੇ ਟੈਂਟ ਬਣ ਚੁੱਕੇ ਨੇ। ਗਾਜ਼ੀਪੁਰ ਦਾ ਇਹ ਹਾਈਵੇ ਹੈਗਾ, ਤਾਂ ਇੱਧਰਲੇ ਪਾਸੇ ਤੁਸੀਂ ਜੇ ਦੇਖਣ ਦੀ ਕੋਸ਼ਿਸ਼ ਕਰੋਗੇ, ਘੁਮਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਇੱਧਰਲੇ ਪਾਸੇ ਐਕਸਪ੍ਰੈਸ ਹਾਈਵੇ ਹੈਗਾ, ਤੇ ਐਕਸਪ੍ਰੈਸ ਹਾਈਵੇ ਨੂੰ ਰੋਕ ਕੇ ਕਿਸਾਨ ਆਪਣੀਆਂ ਲਗਾਤਾਰ ਮੰਗਾਂ ਤੇ ਅੜੇ ਹੋਏ ਨੇ ਕਿ ਸਾਡੀਆਂ ਮੰਗਾਂ ਵੱਲ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਤਾਂ ਇਸ ਪੂਰੇ ਹਾਈਵੇ ਤੇ ਟੈਂਟ ਲੱਗੇ ਹੋਏ ਨੇ, ਗੁਰੂ ਦੇ ਲੰਗਰ ਦੇ ਲਈ ਬਾਕੀ ਥਾਂ ਬਣਾਏ ਹੋਏ ਨੇ, ਅਨਾਜ ਰੱਖਿਆ ਹੋਇਆ, ਤੇ ਲਗਾਤਾਰਤਾ ਦੇ ਵਿੱਚ ਇਹ ਅੰਦੋਲਨ ਜਿਹੜਾ ਚੱਲ ਰਿਹਾ ਹੈਗਾ। ਤਾਂ ਇਹ ਤਸਵੀਰਾਂ ਸਮਝਣ ਵਾਲੀਆਂ ਨੇ। ਸਟੇਜ ਦੀ ਕਾਰਵਾਈ ਵੀ ਲਗਾਤਾਰ ਚੱਲ ਰਹੀ ਹੈ, ਹਾਲਾਂਕਿ ਪਹਿਲਾਂ ਨਾਲੋਂ ਇਕੱਠ ਬਿਲਕੁਲ ਘੱਟ ਹੈ, ਕਿਉਂਕਿ ਕਿਤੇ ਨਾ ਕਿਤੇ ਹੁਣ ਲਾਮਬੰਦੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਜਾ ਕੇ, ਉੱਤਰਾਖੰਡ ਦੇ ਵਿੱਚ, ਯੂਪੀ ਦੇ ਵਿੱਚ ਜਾ ਕੇ, ਜਾਂ ਲਖਨਊ ਜਾ ਕੇ, ਤਾਂ ਲਾਮਬੰਦੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਜਿਹੜੇ ਸੀਨੀਅਰ ਆਗੂ ਨੇ ਕਿਸਾਨਾਂ ਦੇ, ਉਹ ਲੋਕਾਂ ਵਿੱਚ ਵਿਚਰ ਰਹੇ ਨੇ ਤੇ ਲੋਕਾਂ ਨੂੰ ਇਕੱਠੇ ਕਰ ਰਹੇ ਨੇ ਕਿ ਹੁਣ ਸਾਨੂੰ ਇੱਕ ਵਾਰ ਫਿਰ ਸਰਕਾਰ ਨੂੰ ਵੋਟ ਦੀ ਚੋਟ ਮਾਰਨੀ ਪਵੇਗੀ। ਜਿਸ ਤਰੀਕੇ ਨਾਲ ਬਹੁਤ ਸਾਰੇ ਸਿਆਸਤਦਾਨ ਲਗਾਤਾਰ ਇਹੀ ਕਹਿੰਦੇ ਆ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ, ਪਰ ਅਸਲ ਮਾਇਨੇ ਦੇ ਵਿੱਚ ਹਿਤੈਸ਼ੀ ਕੌਣ ਹੈਗਾ ਉਹ ਸਮਝਣ ਦੀ ਕੋਸ਼ਿਸ਼ ਜਿਹੜੇ ਲੋਕ ਲਗਾਤਾਰ ਕਰ ਰਹੇ ਨੇ। ਧਰਨੇ ਦੇ ਵਿੱਚ ਜਿਹੜੀ ਲਾਮਬੰਦੀ ਆ ਉਹ ਕਰਕੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਕਿ ਕਿਸਾਨ ਆਪਣੇ ਆਪ ਇਕੱਠੇ ਹੋਣ, ਤੇ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਆਉਣੀਆਂ ਨੇ, ਤੇ ਸਿਆਸਤਦਾਨਾਂ ਨੂੰ ਚੋਣਾਂ ਦੀ ਭਾਸ਼ਾ ਜਿਹੜੀ ਹੈ ਉਹ ਜ਼ਿਆਦਾ ਸਮਝ ਆਉਂਦੀ ਹੈ, ਤਾਂ ਉਸ ਤਰੀਕੇ ਨਾਲ ਵੋਟ ਦੀ ਸੱਟ ਮਾਰ ਕੇ ਇਹਨਾਂ ਨੂੰ ਸਮਝਾਇਆ ਜਾਵੇ ਕਿ 2024 ਦੇ ਵਿੱਚ ਤੁਸੀਂ ਸੀਟ ਤੋਂ ਲੈ ਵੀ ਸਕਦੇ ਹੋ, ਤੁਹਾਨੂੰ ਅਸੀਂ ਚੁਣ ਕੇ ਭੇਜਿਆ, ਨਾ ਕਿ ਤੁਸੀਂ ਸਾਨੂੰ ਚੁਣ ਰਹੇ ਹੋ। ਤਾਂ ਇਹ ਸਾਰੀਆਂ ਚੀਜ਼ਾਂ ਇਹ ਧਿਆਨ ਦੇ ਵਿੱਚ ਰੱਖ ਕੇ ਇਸ ਅੰਦੋਲਨ ਨੂੰ ਬਾਦਸਤੂਰ ਅੱਗੇ ਚਲਾ ਰਹੇ ਨੇ। ਨਾਲ ਇਹ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਵੀ ਹਾਲਾਤ ਬਣ ਸਕਦੇ ਨੇ ਕਿ ਕਿਸਾਨ ਸਿਆਸਤ ਦੇ ਵਿੱਚ ਆਉਣ ਤੇ ਆਜ਼ਾਦ ਉਮੀਦਵਾਰ ਖੜੇ ਕਰਕੇ ਉਹਨਾਂ ਨੂੰ ਜਿਤਾਉਣ, ਤੇ ਆਪਣੀ ਮੰਗ ਜਿਹੜੀ ਹੈ ਉਹ ਸਦਨ ਦੇ ਅੰਦਰ ਰੱਖਣ, ਤੇ ਉੱਥੇ ਜਾ ਕੇ ਆਪਣੀਆਂ ਮੰਗਾਂ ਨੂੰ ਮਨਵਾਉਣ। ਫਿਲਹਾਲ ਦੇਖਣਾ ਹੋਵੇਗਾ ਕਿ ਇਸ ਅੰਦੋਲਨ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ ਬਦਲਾਵ ਜਿਹੜੇ ਨੇ ਉਹ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਗੌਰਵ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਗਾਜ਼ੀਪੁਰ ਬਾਰਡਰ।